ਤੁਹਾਡਾ ਆਪਾਂ ਨਵਾਂ ਚੈਪਟਰ ਸਟਾਰਟ ਕਰਨ ਲੱਗੇ ਹਾਂ। ਤੁਹਾਡੇ ਚੈਪਟਰ ਦਾ ਨਾਮ ਹੈਗਾ ਸਰਫੇਸ ਕੈਮਿਸਟਰੀ ਤੇ ਈਜ਼ੀ ਹੈ ਚੈਪਟਰ। ਇਹਦੇ 'ਚ ਕੋਈ ਨੂਮੈਰੀਕਲ ਨਹੀਂ ਆਉਣਾ, ਥਿਊਰੀ ਦਾ ਇੱਕ ਕੁਐਸਚਨ ਆਉਣਾ, ਤਾਂ ਥੋੜ੍ਹਾ ਧਿਆਨ ਨਾਲ ਕਰਿਓ। ਸਭ ਤੋਂ ਪਹਿਲੀ ਡੈਫੀਨੇਸ਼ਨ ਇਹਦੇ 'ਚ ਆਉਂਦੀ ਹੈ ਜੀ ਐਡਜ਼ੋਰਸ਼ਨ। ਵਾਟ ਇਜ਼ ਐਡਜ਼ੋਰਸ਼ਨ? ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਅਬਜ਼ੋਰਸ਼ਨ, ਇੱਕ ਐਡਜ਼ੋਰਸ਼ਨ। ਇੱਕ 'ਚ ਬੀ ਹੋਏਗੀ ਇਸ ਜਗ੍ਹਾ ਦੇ ਉੱਪਰ, ਇੱਥੇ ਆਪਾਂ ਕੀ ਯੂਜ਼ ਕਰ ਰਹੇ ਹਾਂ ਡੀ, ਠੀਕ ਹੈ ਜੀ। ਤਾਂ ਐਡਜ਼ੋਰਸ਼ਨ ਕੀ ਆ? ਐਡਜ਼ੋਰਸ਼ਨ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸ ਦਈਏ। ਸਪੋਜ਼ ਕਰੋ ਤੁਹਾਡੇ ਕੋਲ ਕੋਈ ਵੀ ਸੋਲਿਡ ਆ ਜਾਂ ਤੁਸੀਂ ਕੋਈ ਵੀ ਲਿਕੁਇਡ ਲੈ ਸਕਦੇ ਹੋ, ਠੀਕ ਹੈ ਜੀ, ਕਲੀਅਰ ਆ। ਜਿਹੜਾ ਆਹ ਵਾਲਾ ਪੋਰਸ਼ਨ ਆ ਆਊਟਸਾਈਡ ਵਾਲਾ, ਆਹ ਵਾਲਾ ਜਿੱਥੇ ਤੁਹਾਨੂੰ ਆਹ ਲਾਈਨ ਦਿਖ ਰਹੀ ਹੈ, ਇਹਨੂੰ ਤੁਸੀਂ ਕੀ ਕਹਿੰਦੇ ਹੋ? ਇਹਦਾ ਸਰਫੇਸ। ਤੇ ਜਿਹੜਾ ਆ ਇਨਸਾਈਡ ਇਹਦਾ ਪੋਰਸ਼ਨ ਹੈ, ਇਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਬਲਕ। ਯਾਦ ਰੱਖਣਾ ਸਰਫੇਸ ਤੇ ਬਲਕ ਕੀ ਚੀਜ਼ ਹੁੰਦੀ ਹੈ, ਠੀਕ ਹੈ ਜੀ। ਜਿਹੜਾ ਬਾਹਰਲਾ ਪੋਰਸ਼ਨ ਹੁੰਦਾ, ਆਊਟਸਾਈਡ ਪੋਰਸ਼ਨ ਕਿਸੇ ਵੀ ਸੋਲਿਡ ਜਾਂ ਲਿਕੁਇਡ ਦਾ, ਉਹਨੂੰ ਸਰਫੇਸ ਕਹਿੰਦੇ ਹੋ ਤੁਸੀਂ। ਤੇ ਇਨਸਾਈਡ ਪੋਰਸ਼ਨ ਜਿਹੜਾ ਹੋਏਗਾ ਉਹਨੂੰ ਤੁਸੀਂ ਕੀ ਕਹੋਗੇ? ਬਲਕ ਕਹੋਗੇ। ਲਓ ਜੀ, ਕੀ ਆ ਤੁਹਾਡੇ ਕੋਲੇ? ਐਡਜ਼ੋਰਸ਼ਨ ਦੀ ਫਿਨੋਮਨਾ ਆਫ ਅਟਰੈਕਟਿੰਗ ਐਂਡ ਰਿਟੇਨਿੰਗ। ਅਟਰੈਕਟ ਕਰਨਾ ਕਿਸੇ ਚੀਜ਼ ਨੂੰ ਆਪਣੇ ਵੱਲ, ਤੇ ਰਿਟੇਨ, ਅਟਰੈਕਟ ਕਰਕੇ ਬਾਅਦ ਦੇ ਵਿੱਚ ਆਪਣੇ ਨਾਲ ਹੋਲਡ ਕਰਕੇ ਰੱਖਣਾ, ਠੀਕ ਹੈ ਜੀ। ਫਿਨੋਮਨਾ ਆਫ ਅਟਰੈਕਟਿੰਗ ਐਂਡ ਰਿਟੇਨਿੰਗ ਦੀ ਮੋਲੀਕਿਊਲ ਆਫ ਸਬਸਟੈਂਸ at the surface of solid or liquid resulting into higher concentration of molecule on the surface than in the bulk। ਕੋਈ ਵੀ ਸੋਲਿਡ ਆ ਜਾਂ ਤੁਹਾਡੇ ਕੋਲੇ ਤੁਸੀਂ ਕਹਿ ਲਓ ਆ ਕੀ ਹੈ, ਤੁਹਾਡੇ ਕੋਲੇ ਲਿਕੁਇਡ ਆ, ਇਹਦੇ ਸਰਫੇਸ ਦੇ ਉੱਪਰ ਸਪੋਜ਼ ਕਰੋ ਆ ਕਿਸੇ ਮੋਲੀਕਿਊਲਸ ਨੂੰ ਅਟਰੈਕਟ ਕਰ ਰਿਹਾ। ਅਟਰੈਕਟ ਕਰਨ ਤੋਂ ਬਾਅਦ ਆਪਣੇ ਉੱਪਰ ਕੀ ਰਿਟੇਨ ਕਰਕੇ ਰੱਖ ਰਿਹਾ। ਅਟਰੈਕਟ ਕਰਕੇ ਆਪਣੇ ਨਾਲ, ਰਿਟੇਨ ਦਾ ਮਤਲਬ ਕਿ ਆਪਣੇ ਨਾਲ ਅਟੈਚ ਕਰਕੇ ਰੱਖ ਰਿਹਾ, ਠੀਕ ਹੈ ਜੀ। ਇਹਨੂੰ ਤੁਸੀਂ ਐਡਜ਼ੋਰਸ਼ਨ ਕਹਿ ਦਿੰਦੇ ਹੋ। ਐਡਜ਼ੋਰਸ਼ਨ ਦੇ ਵਿੱਚ ਯਾਦ ਰੱਖਣਾ ਇਹਨਾਂ ਨੇ ਕੀ ਚੀਜ਼ ਕਿਹਾ? ਹਾਇਰ ਕੰਸਨਟ੍ਰੇਸ਼ਨ ਆਫ ਮੋਲੀਕਿਊਲ ਔਨ ਸਰਫੇਸ। ਕਹਿਣ ਦਾ ਮਤਲਬ ਕਿ ਸਰਫੇਸ ਉੱਪਰ ਜਿਹੜੇ ਮੋਲੀਕਿਊਲ ਆ ਜ਼ਿਆਦਾ ਐਡਜ਼ੋਰਬ ਹੋਣਗੇ, ਅਟੈਚ ਹੋਣਗੇ, ਐਜ਼ ਕੰਪੈਰੀਜ਼ਨ ਟੂ ਬਲਕ। ਬਲਕ ਦੇ ਵਿੱਚ ਮੋਲੀਕਿਊਲਸ ਕੀ ਹੋਣਗੇ ਤੁਹਾਡੇ ਕੋਲੇ? ਘੱਟ ਹੋਣਗੇ ਐਡਜ਼ੋਰਬ ਹੋਏ। ਪਤਾ ਲੱਗਿਆ? ਸਿੰਪਲ ਜੀ ਗੱਲ ਆ। ਕੋਈ ਸੋਲਿਡ ਜਾਂ ਲਿਕੁਇਡ ਆ, ਉਹ ਮੋਲੀਕਿਊਲਸ ਨੂੰ ਆਪਣੇ ਵੱਲ ਅਟਰੈਕਟ ਕਰ ਰਿਹਾ, ਅਟਰੈਕਟ ਕਰਨ ਤੋਂ ਬਾਅਦ ਆਪਣੇ ਉੱਪਰ ਅਟੈਚ ਕਰਕੇ ਰੱਖ ਰਿਹਾ, ਇਹਨੂੰ ਕੀ ਕਹਿ ਦਿੰਦੇ ਹੋ? ਰਿਟੇਨ ਕਰਨਾ, ਠੀਕ ਹੈ ਜੀ। ਸਰਫੇਸ ਦੇ ਉੱਪਰ ਜ਼ਿਆਦਾ ਮੋਲੀਕਿਊਲ ਅਟੈਚ ਹੋਣਗੇ, ਬਲਕ ਦੇ ਵਿੱਚ ਕੀ ਹੋਣਗੇ? ਘੱਟ ਮੋਲੀਕਿਊਲ ਐਡਜ਼ੋਰਬ ਹੋਣਗੇ। ਕਲੀਅਰ ਹੋ ਗਿਆ ਜੀ? ਆਹ ਚੀਜ਼ ਤੁਸੀਂ ਲਰਨ ਰੱਖਣੀ ਆ। ਇੱਕ ਐਗਜ਼ਾਮਪਲ ਲੈਂਦੇ ਹੋ ਤੁਸੀਂ, ਚੌਕ ਨੂੰ ਨਾ ਇੰਕ ਦੇ ਵਿੱਚ ਜਦੋਂ ਡਿਪ ਕਰੋਗੇ ਤਾਂ ਜਿਹੜਾ ਕਲਰ ਹੁੰਦਾ ਗਾ ਇੰਕ ਦਾ, ਉਹ ਚੌਕ ਦੇ ਉੱਪਰ ਕੀ ਐਡਜ਼ੋਰਬ ਹੋ ਜਾਂਦਾ, ਅਟੈਚ ਹੋ ਜਾਂਦਾ। ਉਹਨੂੰ ਅਬਜ਼ੋਰਬ ਨਹੀਂ ਕਹੋਗੇ, ਐਡਜ਼ੋਰਬ ਕਹੋਗੇ, ਠੀਕ ਹੈ ਜੀ। ਸਪੋਜ਼ ਕਰੋ ਤੁਹਾਡੇ ਕੋਲੇ ਚੌਕ ਆ, ਤੁਹਾਨੂੰ ਸਮਝਾਉਣ ਦੇ ਲਈ ਹੀ ਹੈ, ਇੱਕ ਮਿੰਟ। ਸਪੋਜ਼ ਕਰੋ ਤੁਹਾਡੇ ਕੋਲੇ ਚੌਕ ਆ, ਇੰਕ ਦੇ ਵਿੱਚ ਜੋ ਡਿਪ ਕੀਤਾ, ਸਪੋਜ਼ ਕਰੋ ਆਹ ਵਾਲਾ ਕਲਰ ਹੋ ਗਿਆ ਇਹਦਾ, ਠੀਕ ਹੈ ਜੀ। ਜਦੋਂ ਤੁਸੀਂ ਚੌਕ ਨੂੰ ਤੋੜ ਕੇ ਵੇਖੋਗੇ ਨਾ ਵਿਚਲਾ ਪੋਰਸ਼ਨ, ਉਹਦਾ ਵਿਚਲਾ ਵਾਈਟ ਹੀ ਹੋਏਗਾ। ਜਿਹੜਾ ਆਹ ਵਾਲਾ ਸਰਫੇਸ ਇਹਦਾ, ਉਹ ਕੀ ਆ? ਕਲਰਡ ਹੋਏਗਾ। ਕਹਿਣ ਦਾ ਮਤਲਬ ਕਿ ਜਿਹੜਾ ਕਲਰ ਆ ਇੰਕ ਦਾ, ਉਹ ਚੌਕ ਦੇ ਵਿੱਚ ਨਹੀਂ ਗਿਆ, ਸਿਰਫ ਸਰਫੇਸ ਦੇ ਬਾਹਰਲੀ ਸਾਈਡ ਹੀ ਰਿਹਾ। ਤਾਂ ਇਹਨੂੰ ਤੁਸੀਂ ਕਹਿ ਦਿੰਦੇ ਹੋ ਐਡਜ਼ੋਰਸ਼ਨ। ਜੇ ਕਲਰ ਵਿੱਚ ਚਲਾ ਜਾਂਦਾ ਇੱਥੇ, ਉਹਨੂੰ ਤੁਸੀਂ ਕੀ ਕਹਿ ਦਿੰਦੇ? ਅਬਜ਼ੋਰਸ਼ਨ। ਪਤਾ ਲੱਗਿਆ? ਤਾਂ ਆਹ ਤੁਹਾਡੇ ਕੋਲੇ ਐਡਜ਼ੋਰਸ਼ਨ। ਕਹਿਣ ਦਾ ਮਤਲਬ ਕੀ ਆ? ਕਿਸੇ ਵੀ ਸੋਲਿਡ ਜਾਂ ਲਿਕੁਇਡ ਉੱਪਰ ਜੇ ਕੋਈ ਹੋਰ ਚੀਜ਼ ਉਹ 'ਤੇ ਐਡਜ਼ੋਰਬ ਹੋ ਰਹੀ ਹੈ, ਉਹਦੇ ਸਰਫੇਸ ਦੇ ਉੱਪਰ ਐਡਜ਼ੋਰਬ ਹੋ ਰਹੀ ਹੈ, ਉਹਦੇ ਅੰਦਰ ਨਹੀਂ ਜਾ ਰਹੀ, ਬਾਹਰ ਹੀ ਐਡਜ਼ੋਰਬ ਹੋ ਰਹੀ ਹੈ, ਬਾਹਰ ਹੀ ਅਟੈਚ ਹੋ ਰਹੀ ਹੈ, ਉਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਐਡਜ਼ੋਰਸ਼ਨ। ਸਰਫੇਸ ਦੇ ਉੱਪਰ ਕਨਸਨਟ੍ਰੇਸ਼ਨ ਹਾਈ, ਬਲਕ ਦੇ ਵਿੱਚ ਘੱਟ। ਤਾਂ ਦੋ ਲਾਈਨਾਂ 'ਚ ਡੈਫੀਨੇਸ਼ਨ ਮੁੱਕਦੀ ਆ। ਅਟਰੈਕਟ ਐਂਡ ਰਿਟੇਨ, ਕੋਈ ਵੀ ਮੋਲੀਕਿਊਲ ਸਰਫੇਸ ਦੇ ਉੱਪਰ, ਸੋਲਿਡ ਜਾਂ ਲਿਕੁਇਡ ਦੇ ਉੱਪਰ ਕਨਸਨਟ੍ਰੇਸ਼ਨ ਦੱਸ ਦੇਣੀ ਆ, ਸਰਫੇਸ ਦੇ ਉੱਪਰ ਜ਼ਿਆਦਾ ਹੋਏਗੀ ਬਲਕ ਨਾਲ, ਉਹਨੂੰ ਤੁਸੀਂ ਐਡਜ਼ੋਰਸ਼ਨ ਕਹਿ ਦਿੰਦੇ ਹੋ। ਅੱਗੇ ਆ ਗਿਆ ਜੀ ਐਡਜ਼ੋਰਬੈਂਟ। ਅੱਗੇ ਮੇਰੀ ਆਹ ਡਾਇਗਰਾਮ ਬਣਾਈ ਹੋਈ ਹੈ, ਧਿਆਨ ਰੱਖੋ। ਐਡਜ਼ੋਰਬੇਟ ਤੇ ਐਡਜ਼ੋਰਬੈਂਟ ਦੋ ਚੀਜ਼ਾਂ ਤੁਹਾਡੇ ਕੋਲੇ, ਤੁਹਾਨੂੰ ਕਲੀਅਰ ਹੋ ਜਾਏਗੀ ਇੱਥੇ। ਲਓ ਜੀ, ਜਿਹੜੇ ਵੀ ਸੋਲਿਡ ਜਾਂ ਲਿਕੁਇਡ ਦੇ ਉੱਪਰ ਐਡਜ਼ੋਰਸ਼ਨ ਹੋ ਰਹੀ ਆ, ਉਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਐਡਜ਼ੋਰਬੈਂਟ। ਤੇ ਜਿਹੜੇ ਮੋਲੀਕਿਊਲ ਅਟੈਚ ਹੋ ਰਹੇ ਆ ਜਾਂ ਐਡਜ਼ੋਰਬ ਹੋ ਰਹੇ, ਉਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਐਡਜ਼ੋਰਬੇਟ। ਡੈਫੀਨੇਸ਼ਨ ਦੇਖ ਲਓ ਜੀ। ਐਡਜ਼ੋਰਬੈਂਟ ਕੀ ਆ? ਕੋਈ ਵੀ ਸੋਲਿਡ ਸਬਸਟੈਂਸ ਜਿਹਦੇ ਸਰਫੇਸ ਦੇ ਉੱਪਰ ਐਡਜ਼ੋਰਸ਼ਨ ਹੋ ਰਹੀ ਹੈ, ਉਹਨੂੰ ਤੁਸੀਂ ਐਡਜ਼ੋਰਬੈਂਟ ਕਹਿ ਦਿੰਦੇ ਹੋ। ਤੇ ਜਿਹੜੇ ਸਬਸਟੈਂਸ ਐਡਜ਼ੋਰਬ ਹੋ ਰਹੇ ਆ ਸਰਫੇਸ ਦੇ ਉੱਪਰ, ਸੋਲਿਡ ਦੇ ਸਰਫੇਸ ਉੱਪਰ ਅਟਰੈਕਸ਼ਨ ਕਰਕੇ, ਉਹਨੂੰ ਤੁਸੀਂ ਕੀ ਕਹਿ ਦਿੰਦੇ ਹੋ? ਐਡਜ਼ੋਰਬੇਟ। ਕਲੀਅਰ ਹੈ ਜੀ? ਆਹ ਚੀਜ਼ ਕ੍ਰੋਸ ਆ, ਰਿਪੀਟ ਹੋ ਗਈ ਸੀ। ਅੱਗੇ ਆ ਗਿਆ ਡਿਜ਼ੋਰਸ਼ਨ।
डी का मतलब होंदा डी ई का मतलब रिमूव करना ऑपोजिट, ठीक है। द प्रोसैस ऑफ रिमूवल ऑफ adsorption adsorbed substance from the surface on which it is adsorbed is called adsorption। कहने का मतलब की है, पहला तो इस तरह मॉलीक्यूल आके ये उपर अटैच होए, आ प्रोसैस की है तुहाडे कोल एडजॉर्शन। हुण जे मॉलीक्यूल आ सरफेस नूं लीव करदे ने सॉलिड जां लिक्विड दे नूं, वो की हो जाएगी तुहाडे कोल डिजॉर्शन। एडजॉर्शन दे विच मॉलीक्यूल अटैच होंदे आ, डिजॉर्शन दे विच मॉलीक्यूल रिमूव होंदे आ, जिहड़ी अट्रैक्शन आ ब्रेक हो जाएगी। जिवें आ वाले मॉलीक्यूल आ जिहनूं सारे मॉलीक्यूल आ सरफेस नूं लीव कर जाण, उहनूं की कह दिंदे तुसीं डिजॉर्शन। द प्रोसैस ऑफ रिमूवल ऑफ एडजॉर्बड सबस्टांस फ्रॉम द सरफेस ऑन विच इट इज़ एडजॉर्बड कॉल्ड डिजॉर्शन। नैक्सट आ गया अकल्शन। अकल्शन एक तरह की एडजॉर्शन ही है, बस ये की कहते हैं गैस एडजॉर्ब होएगी कि उपर मैटल के उपर। द फिनोमिना ऑफ एडजॉर्शन ऑफ गैस ऑन द सरफेस ऑफ मैटल इज कॉल्ड अकल्शन। किसी भी मैटल के उपर जो गैस एडजॉर्ब हो रही है उन्होंने की कह देने हो अकल्शन, ठीक है जी। आ डायग्राम आ, ध्यान रखियो। अगे आ गई अबजॉर्शन की चीज़ होंगी है जी। अबजॉर्शन दे विच की आ, सपोज करो आ कोई भी सॉलिड जां तुहाडे कोले सॉलिड जां लिक्विड आ, ये उपर कोई चीज़ आके अटैच हो रही है, एक मिनट वेट करो, हाँ अटैच हो रही है, बल्क दे विच चली गई तुहाडे कोले। लो जी तुहाडे कोले कोई सॉलिड आ, उहदे बल्क दे विच जे कोई होर कोई भी सबस्टांस यूनीफॉर्मली डिस्ट्रीब्यूटड है ना, उन्हें तुसीं की कह दिंदे हो अबजॉर्शन। इहदे विच सेम आ, इहदे विच भी तुसीं की कहंदे हो, इट इज़ द फिनोमिना इन विच मॉलीक्यूल ऑफ ए सबस्टांस आर यूनीफॉर्मली डिस्ट्रीब्यूट थ्रू आउट द बॉडी ऑफ द अदर सबस्टांस। सपोज करो तुसीं चौक लिया अगेन, हुण उहनूं तुसीं वाटर दे विच डिप करता, तुसीं देखोगे कि जिहड़ा वाटर आ वो तुहाडे चौक दे अंदर भी चला जाता। सोच के देखो, इहदे अंदर चला जाएगा, उन्होंने नहीं चला जाएगा। इवें नहीं कि एक थां ते वाटर ज़्यादा चला जाएगा चौक दे विच, एक थां ते घट, तो उन्होंने तुसीं अबजॉर्शन कह दिंदे हो। जां तुसीं सिंपल जी गल आ, तुसीं इट दे उपर जदों पानी पाउंदे हो तो पानी अंदर चला जाता इट दे, ठीक है जी, वो हुंदी है अबजॉर्शन। क्लीयर हो गया। एडजॉर्शन दे विच सरफेस के उपर मॉलीक्यूल अटैच होंदे, विच नहीं जाते। जिवें एग्जाम्पल याद रख लो चौक वाली, जिवें चौक नूं जे आपां इंक विच डिप करिए, जिहड़ा कलर होएगा वो चौक दे बाहरली साइड ही रहेगा, इन साइड नहीं जाता अंदर, अंदरों चौक वाइट ही होएगा। तो ये ऑपोजिट जे तुसीं चौक नूं पानी विच डिप करदे हो तो जिहड़ा वाटर आ वो चौक दे अंदर चला जाता, यूनीफॉर्मली डिस्ट्रीब्यूट हो जाता, उहनूं तुसीं की कह दिंदे हो अबजॉर्शन। क्लीयर है जी। अबजॉर्शन तो एडजॉर्शन आ डेफिनेशन सीगी, तो ध्यान रखियो, ठीक है जी। नैक्सट आ गया डिफरेंस की है अबजॉर्शन तो एडजॉर्शन में। देखो जी फस्ट पॉइंट तो दोनों दी डेफिनेशन ही है जिहड़ियां आपां हुणे डिस्कस करके हटे हैं। क्लीयर है जी। सैकेंड दे विच की है, अबजॉर्शन दे विच जिहड़ी कंसनट्रेशन हुंदी है थ्रू आउट दी मटीरीअल वो सेम रहिंदी है। कहने का मतलब की है, जिवें चौक दे विच अंदर पानी चला गया, वो इवें नहीं कि चौक दे विच किसी पोर्शन विच पानी ज़्यादा चला गया वाटर, या किसी जगह ते वाटर गया नहीं, इवें नहीं, यूनीफॉर्मली डिस्ट्रीब्यूट हो जाता। तुसीं 1-2 मिनट चौक नूं डिप करके रखोगे ना, वो जिहड़ा वाटर होएगा वो कंप्लीटली डिस्ट्रीब्यूट हो जाता चौक दे विच। तो आ की है, इहदी जिहड़ी डिस्ट्रीब्यूशन हुंदी है वो की है मटीरीअल दी अपने कोले सेम हुंदी है, कंसनट्रेशन मटीरीअल दे विच किसी सबस्टांस दी, इहनूं बल्क फिनोमिना कह दिंदे हो, बल्क, ठीक है जी। इहदे विच सरफेस दे उपर कंसनट्रेशन अलग हुंदी है बल्क दे नालों, क्योंकि बल्क दे विच कंसनट्रेशन घट होएगी, सरफेस उपर कंसनट्रेशन ज़्यादा होएगी एडजॉर्बेट दी, तो तुसीं इनू की कह दिंदे हो सरफेस फिनोमिना। लास्ट दे विच की आ जिहड़ी अबजॉर्शन आ यूनीफॉर्म रेट नाल, मतलब कि एक स्पीड ते ही हुंदी है, इवें नहीं कि पहलां वध सी एडजॉर्शन हो रही फिर हौली 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 घट गई, इवें नहीं। यूनीफॉर्म का मतलब कि एक सार होई जाती है, ना इसकी स्पीड बढ़ती है अबजॉर्शन की, ना घटती है। ये की है स्टार्टिंग एडजॉर्शन बहुत हाई स्पीड नाल हुंदी है, बाद दे विच हौली हौली टाइम दे नाल इसकी स्पीड की है डिक्रीज़ हो जाती है जी। इन्ना सीगा तुहाडा अज दा जी।